ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਉਦੋਂ ਰਾਜਸੀ ਦਸ਼ਾ ਕਿੱਦਾਂ ਦੀ ਸੀ। 8ਵੀਂ ਸਦੀ ਦੇ ਸ਼ੁਰੂ ਵਿੱਚ ਹੀ ਮੁਸਲਮਾਨਾਂ ਨੇ ਹਿੰਦੁਸਤਾਨ ਉੱਪਰ ਹਮਲੇ ਕਰਨੇ ਆਰੰਭ ਕਰ ਦਿੱਤੇ ਸੀ ਤੇ ਪਹਿਲਾ ਹਮਲਾ ਮੁਹੰਮਦ ਬਿਨ ਕਾਸਮ ਨੇ ਸੰਨ 712 ਈਸਵੀ ਵਿੱਚ ਕੀਤਾ। ਉਦੋਂ ਤੋਂ ਇਸ ਦੇਸ਼ ਦੇ ਦੁੱਖੜੇ ਆਰੰਭ ਹੋ ਗਏ। ਪਰਦੇਸੀ ਹਮਲਾਵਰ ਇਸ ਦੇਸ਼ ਦਾ ਧਨ ਦੌਲਤ ਕਈ ਵਾਰ ਖੋਹ ਕੇ ਲੈ ਗਏ। ਜੇਤੂਆਂ ਦੇ ਲਾਲਚ, ਵਿਸ਼ਈ ਵਾਸ਼ਨਾਵਾਂ ਤੇ ਕਾਮ ਚੇਸ਼ਟਾ ਦੀ ਪੂਰਤੀ ਲਈ ਇਸ ਦੇਸ਼ ਦੇ ਲੱਖਾਂ ਬੱਚੇ ਬੱਚੀਆਂ ਗੁਲਾਮ ਬਣਾ ਕੇ ਲਿਜਾਏ ਗਏ। ਕਾਫਰਾਂ, ਗੈਰ ਮੁਸਲਮਾਨਾਂ ਤੇ ਕੀਤੇ ਗਏ ਇਹ ਕਾਰੇ ਖੁਦਾ ਦੀ ਖਾਤਰ ਕੀਤੇ ਗਏ ਜਹਾਦ ਜਾਂ ਧਰਮ ਯੁੱਧ ਆਖੇ ਜਾਂਦੇ ਸੀ। ਸੈਯਦ ਮੁਹੰਮਦ ਲਤੀਫ ਹਿਸਟਰੀ ਆਫ ਪੰਜਾਬ ਦੇ ਪੰਨਾ 75-76 ਤੇ ਲਿਖਦੇ ਨੇ, ਮੁਹੰਮਦ ਸਾਹਿਬ ਦਾ ਫਰਮਾਨ ਹੈ, ਤਲਵਾਰ ਸਵਰਗ ਤੇ ਨਰਕ ਦੀ ਕੁੰਜੀ ਹੈ। ਮੁਸਲਮਾਨ ਲਈ ਖੁਦਾ ਦੇ ਰਾਹ ਉੱਤੇ ਲਹੂ ਦਾ ਇੱਕ ਤੁਪਕਾ ਡੋਲਣਾ ਤੇ ਲੜਾਈ ਦੇ ਮੈਦਾਨ ਵਿੱਚ ਰਾਤ ਕੱਟਣੀ 2 ਮਹੀਨਿਆਂ ਦੇ ਰੋਜ਼ਿਆਂ ਤੇ ਨਮਾਜ਼ਾਂ ਨਾਲੋਂ ਵਧੇਰੇ ਗੁਣਕਾਰੀ ਹੈ। ਜਿਹੜਾ ਮੁਸਲਮਾਨ ਲੜਾਈ ਦੇ ਮੈਦਾਨ ਵਿੱਚ ਮਰਦਾ ਹੈ ਉਹ ਸਿੱਧਾ ਵਹਿਸ਼ਤ ਨੂੰ ਜਾਂਦਾ ਹੈ। ਵਹਿਸ਼ਤਾਂ ਵਿੱਚ ਮੋਹਿਤ ਕਰ ਲੈਣ ਵਾਲੀਆਂ ਸੁੰਦਰ ਹੂਰਾਂ ਅਜਿਹੇ ਸ਼ਹੀਦਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ। ਉੱਥੇ ਬਹਾਦਰ ਸ਼ਹੀਦ ਸਦਾ ਲਈ ਆਨੰਦ ਅਤੇ ਮੌਜ ਦਾ ਜੀਵਨ ਗੁਜ਼ਾਰਦੇ ਹਨ। ਉਹਨਾਂ ਨੂੰ ਕੋਈ ਚਿੰਤਾ ਫਿਕਰ ਨਹੀਂ ਵਾਪਰਦਾ ਅਤੇ ਹੱਦ ਤੋਂ ਵੱਧ ਸਰੀਰਕ ਭੋਗ ਕਰਨ ਦਾ ਉਹਨਾਂ ਉੱਤੇ ਕੋਈ ਬੁਰਾ ਅਸਰ ਨਹੀਂ ਹੁੰਦਾ। ਉਹਨਾਂ ਦੇ ਰਹਿਣ ਲਈ ਸੁੰਦਰ ਮਹਿਲ ਹੋਣਗੇ ਜੋ ਖੁਸ਼ੀਆਂ ਭਰੇ ਜੀਵਨ ਦੇ ਹੋਰ ਹਰ ਪ੍ਰਕਾਰ ਦੇ ਸਮਾਨ ਨਾਲ ਭਰਪੂਰ ਹੋਣਗੇ। ਅਜਿਹੀ ਧਾਰਮਿਕ ਸਿੱਖਿਆ ਨੇ ਮੁਸਲਮਾਨਾਂ ਨੂੰ ਬੇਹੱਦ ਅਤਿਆਚਾਰੀ ਬਣਾ ਦਿੱਤਾ ਸੀ ਅਤੇ ਉਹਨਾਂ ਨੇ ਜੋਸ਼ ਵਿੱਚ ਅੰਨੇ ਹੋ ਕੇ ਇੱਥੋਂ ਦੇ ਵਸਨੀਕਾਂ ਤੇ ਜੋ ਜ਼ੁਲਮ ਕੀਤੇ ਉਹ ਇਸਲਾਮ ਦੀ ਸੇਵਾ ਸਮਝ ਕੇ ਕੀਤੇ। ਇਸੇ ਕਾਰਨ V.K. ਸਮਿਥ ਆਪਣੀ ਪੁਸਤਕ ਇੰਡੀਆ ਇਨ ਮੁਸਲਿਮ ਪੀਰੀਅਡ ਦੇ ਸਫਾ 257 ਤੇ ਲਿਖਦਾ ਹੈ, ਉਹਨਾਂ ਦੇ ਵਹਿਸ਼ੀਆਨਾ ਮਜ਼ਹਬੀ ਜਨੂਨ ਨੇ ਜਿਸ ਅਨੁਸਾਰ ਗੈਰ ਮੁਸਲਮਾਨਾਂ ਨੂੰ ਮਾਰਨਾ ਇੱਕ ਅਜਿਹੀ ਸੇਵਾ ਸੀ ਜਿਹੜੀ ਖੁਦਾ ਨੂੰ ਬਹੁਤ ਹੀ ਚੰਗੀ ਲੱਗਦੀ ਸੀ, ਇਹਨਾਂ ਨੂੰ ਬਿਲਕੁਲ ਬੇਕਿਰਕ ਬਣਾ ਦਿੱਤਾ। ਅਰਬੀ ਜੇਤੂਆਂ ਦੇ ਮਗਰੋਂ ਅਫਗਾਨ ਲੁਟੇਰੇ ਆਏ। ਮਹਿਮੂਦ ਗਜ਼ਨਵੀ ਦੇ ਹਮਲਿਆਂ ਨੇ ਦੇਸ਼ ਵਿੱਚ ਹਾਹਾਕਾਰ ਤੇ ਤਬਾਹੀ ਮਚਾ ਦਿੱਤੀ। ਉਸ ਨੇ 1001 ਤੋਂ ਲੈ ਕੇ 1024 ਤੱਕ ਕਈ ਹਮਲੇ ਕੀਤੇ। ਉਸ ਦੁਆਰਾ ਕੀਤੀ ਗਈ ਸੋਮਨਾਥ ਦੇ ਮੰਦਰ ਦੀ ਲੁੱਟ ਦੀ ਤਾਂ ਇਤਿਹਾਸ ਪ੍ਰਸਿੱਧ ਹੈ। ਉਸ ਪਿੱਛੋਂ ਹੋਰ ਹਮਲਾਵਰ ਵੀ ਆਏ, ਮੰਦਰ ਢਾਹੇ ਗਏ, ਹਿੰਦੂਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਜਿਹੜੇ ਮਰਦ, ਤੀਵੀਆਂ ਤੇ ਬੱਚੇ ਇਸ ਕਤਲੇਆਮ ਤੋਂ ਬਚ ਜਾਂਦੇ ਉਹਨਾਂ ਨੂੰ ਦੇਸ਼ੋਂ ਬਾਹਰ ਲਿਜਾਇਆ ਜਾਂਦਾ ਅਤੇ ਉੱਥੇ ਵੇਚਿਆ ਜਾਂਦਾ ਸੀ। ਹੌਲੀ ਹੌਲੀ ਹਮਲਾਵਰਾਂ ਨੂੰ ਇੱਥੇ ਪੱਕਾ ਰਾਜ ਸਥਾਪਿਤ ਕਰਨ ਦਾ ਖਿਆਲ ਆਇਆ। ਉਹਨਾਂ ਨੇ ਦੇਸ਼ ਉੱਤੇ ਕਬਜ਼ਾ ਕਰਕੇ ਇੱਥੋਂ ਦੇ ਲੋਕਾਂ ਨੂੰ ਬਦੋ ਬਦੀ ਧੱਕੇ, ਜ਼ਬਰ ਅਤੇ ਤਲਵਾਰ ਦੇ ਜ਼ੋਰ ਨਾਲ ਦੀਨ ਇਸਲਾਮ ਮਨਵਾਇਆ ਤੇ ਆਪਣਾ ਰਾਜ ਕਾਇਮ ਕੀਤਾ। ਜਿਉਂ-ਜਿਉਂ ਉਹਨਾਂ ਦਾ ਰਾਜ ਪੱਕਾ ਹੁੰਦਾ ਗਿਆ ਤਿਉਂ-ਤਿਉਂ ਜ਼ੁਲਮ ਹੋਰ ਵਧਣ ਲੱਗ ਪਏ। 200-300 ਸਾਲ ਐਵੇਂ ਬੀਤ ਗਏ। ਵਾਰੀ-ਵਾਰੀ ਅੱਧੀ ਦਰਜਨ ਖਾਨਦਾਨਾਂ ਨੇ ਦਿੱਲੀ ਦੇ ਸੁਲਤਾਨ ਬਣਨ ਦੀ ਕੋਸ਼ਿਸ਼ ਕੀਤੀ ਪਰ ਉਹ ਪੱਕੇ ਤੌਰ ਤੇ ਸਾਰੇ ਹਿੰਦੁਸਤਾਨ ਤੇ ਕਾਬਜ਼ ਨਾ ਹੋ ਸਕੇ। ਉਹਨਾਂ ਦਾ ਰਾਜ ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ ਤੱਕ ਹੀ ਸੀਮਿਤ ਰਿਹਾ। ਬਾਕੀ ਦੇਸ਼ ਦਾ ਹਿੱਸਾ ਸੁਤੰਤਰ ਨਵਾਬਾਂ ਦੇ ਅਧੀਨ ਹੁੰਦਾ ਸੀ ਅਤੇ ਉਹ ਜੋ ਜੀ ਕਰਦਾ ਸੀ ਕਰਦੇ ਸਨ। ਹਿੰਦੂਆਂ ਉੱਤੇ ਬਹੁਤ ਜ਼ੁਲਮ ਢਾਹੇ ਗਏ। ਉਸ ਸਮੇਂ ਬਾਰੇ ਮੁਸਲਮਾਨ ਇਤਿਹਾਸਕਾਰਾਂ ਦੀ ਰਾਏ ਹੈ। ਕਾਮਿਲ ਤਵਾਰੀਖ ਵਿੱਚ ਇਬਨ ਅਸੀਰ ਲਿਖਦਾ ਹੈ ਕਿ ਗਜ਼ਨੀ ਦੇ ਸ਼ਹਾਬੂਦੀਨ ਨੇ ਅਜਮੇਰ ਦੇ ਹਜ਼ਾਰਾਂ ਵਸਨੀਕ ਮਾਰ ਦਿੱਤੇ ਅਤੇ ਬਾਕੀਆਂ ਨੂੰ ਗੁਲਾਮ ਬਣਾਉਣ ਲਈ ਰੱਖ ਲਿਆ।
ਬਨਾਰਸ ਵਿੱਚ ਵੀ ਅਣਗਿਣਤ ਮਰਦਾਂ, ਤੀਵੀਆਂ ਤੇ ਬੱਚਿਆਂ ਨੂੰ ਪਾਰ ਬੁਲਾਇਆ। ਤਾਜੁਲ ਆਸਿਰ ਵਿੱਚ ਹਸਨ ਨਿਜ਼ਾਮੇ ਨੈਸ਼ਾਪੁਰੀ ਲਿਖਦਾ ਹੈ ਕਿ ਕੁਤਬਦੀਨ ਐਬਕ 1194 ਤੋਂ ਲੈ ਕੇ 1210 ਈਸਵੀ ਨੇ ਮੇਰਠ ਵਿੱਚ ਹਿੰਦੂਆਂ ਦੇ ਮੰਦਰ ਢਾਹੇ ਅਤੇ ਉਹਨਾਂ ਦੀ ਥਾਂ ਮਸੀਤਾਂ ਬਣਵਾਈਆਂ। ਸ਼ਹਿਰ ਕਾਇਲ ਦੇ, ਜਿਸ ਨੂੰ ਅੱਜ ਕੱਲ੍ਹ ਅਲੀਗੜ੍ਹ ਕਹਿੰਦੇ ਹਨ, ਹਿੰਦੂਆਂ ਨੂੰ ਉਸ ਨੇ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਇਆ ਅਤੇ ਜਿਨ੍ਹਾਂ ਨੇ ਆਪਣਾ ਧਰਮ ਛੱਡਣੋਂ ਨਾ ਕੀਤੀ ਉਹਨਾਂ ਨੂੰ ਮਾਰ ਮੁਕਾਇਆ। ਕਾਲੰਜਰ ਵਿੱਚ ਉਸ ਨੇ 113 ਮੰਦਰ ਢਾਹ ਕੇ ਉਹਨਾਂ ਦੀ ਥਾਂ ਮਸੀਤਾਂ ਬਣਵਾਈਆਂ। 1 ਲੱਖ ਹਿੰਦੂਆਂ ਨੂੰ ਤਲਵਾਰ ਭੇਟ ਕੀਤਾ ਅਤੇ 50,000 ਹੋਰਨਾਂ ਨੂੰ ਗੁਲਾਮ ਬਣਾਇਆ। ਮਿਨਹਾਜੁਲ ਸਿਰਾਜ ਦੀ ਪੁਸਤਕ ਤਬਕਾਤੇ ਨਾਸਰੀ ਵਿੱਚ ਲਿਖਿਆ ਹੋਇਆ ਹੈ ਕਿ ਜਦ ਮੁਹੰਮਦ ਬਖਤਿਆਰ ਖਿਲਜੀ ਨੇ ਬਿਹਾਰ ਫਤਿਹ ਕੀਤਾ ਤਾਂ ਉਸ ਨੇ 1 ਲੱਖ ਬ੍ਰਾਹਮਣਾਂ ਨੂੰ ਕਤਲ ਕੀਤਾ ਅਤੇ ਪੁਰਾਤਨ ਸੰਸਕ੍ਰਿਤ ਪੁਸਤਕਾਂ ਦੇ ਬੜੇ ਬਹੁਮੁੱਲੇ ਪੁਸਤਕਾਲੇ ਨੂੰ ਸਾੜ ਦਿੱਤਾ। ਤਾਜੀਆਤੁਲ ਅਮਸਾਰ ਵਾ ਤਜਰੀਆਤੁਲ ਅਸਾਰ ਵਿੱਚ ਅਬਦੁੱਲਾ ਵਸਫ ਲਿਖਦਾ ਹੈ ਕਿ ਜਦ ਇਲਾਉਦੀਨ ਖਿਲਜੀ 1295 ਤੋਂ ਲੈ ਕੇ ਸੰਨ 1316 ਨੇ ਕੰਬੇ ਖਾੜੀ ਦੇ ਮੂੰਹ ਪਾਸੇ ਵਸਦੇ ਸ਼ਹਿਰ ਕੰਬਆਤ ਉੱਤੇ ਕਬਜ਼ਾ ਕੀਤਾ ਤਾਂ ਉਸ ਨੇ ਇਸਲਾਮ ਦੀ ਸ਼ਾਨ ਤੇ ਵਡਿਆਈ ਦੀ ਖਾਤਰ ਉੱਥੋਂ ਦੇ ਸਾਰੇ ਬਾਲਗ ਹਿੰਦੂ ਮਰਦਾਂ ਨੂੰ ਕਤਲ ਕਰ ਦਿੱਤਾ। ਲਹੂ ਦੇ ਦਰਿਆ ਵਗਾਏ, ਦੇਸ਼ ਦੀਆਂ ਔਰਤਾਂ ਨੂੰ ਉਹਨਾਂ ਦੇ ਸੋਨੇ ਚਾਂਦੀ ਦੇ ਗਹਿਣਿਆਂ ਤੇ ਹੀਰਿਆਂ ਜਵਾਹਰਾਤਾਂ ਸਮੇਤ ਆਪਣੇ ਦੇਸ਼ ਵਿੱਚ ਘੱਲ ਦਿੱਤਾ ਅਤੇ ਤਕਰੀਬਨ 20,000 ਕੁਵਾਰੀਆਂ ਕੰਨਿਆਵਾਂ ਨੂੰ ਆਪਣੀਆਂ ਨਿੱਜ ਦੀਆਂ ਗੋਲੀਆਂ ਬਣਾ ਲਿਆ। ਇੱਕ ਵੇਰ ਇਲਾਉਦੀਨ ਨੇ ਆਪਣੇ ਕਾਜ਼ੀ ਪਾਸੋਂ ਪੁੱਛਿਆ ਕਿ ਹਿੰਦੂਆਂ ਬਾਬਤ ਇਸਲਾਮੀ ਸ਼ਰ੍ਹਾ ਕੀ ਹੈ? ਅੱਗਿਓਂ ਕਾਜ਼ੀ ਨੇ ਉੱਤਰ ਦਿੱਤਾ, ਹਿੰਦੂ ਧਰਤੀ ਨਿਆਈ ਹਨ। ਜੇ ਉਹਨਾਂ ਪਾਸੋਂ ਚਾਂਦੀ ਮੰਗੀ ਜਾਵੇ ਤਾਂ ਉਹਨਾਂ ਨੂੰ ਬੜੀ ਅਧੀਨਗੀ ਨਾਲ ਸੋਨਾ ਪੇਸ਼ ਕਰਨਾ ਚਾਹੀਦਾ ਹੈ ਅਤੇ ਜੇ ਮੁਸਲਮਾਨ ਕਿਸੇ ਹਿੰਦੂ ਦੇ ਮੂੰਹ ਵਿੱਚ ਥੁੱਕਣਾ ਚਾਹੇ ਤਾਂ ਉਸ ਹਿੰਦੂ ਨੂੰ ਆਪਣਾ ਮੂੰਹ ਪੂਰੀ ਤਰ੍ਹਾਂ ਖੋਲ੍ਹ ਦੇਣਾ ਚਾਹੀਦਾ ਹੈ। ਖੁਦਾ ਨੇ ਹਿੰਦੂਆਂ ਨੂੰ ਮੁਸਲਮਾਨਾਂ ਦੇ ਗੁਲਾਮ ਬਣਨ ਲਈ ਹੀ ਬਣਾਇਆ ਹੈ। ਹਜ਼ਰਤ ਸਾਹਿਬ ਦਾ ਹੁਕਮ ਹੈ ਕਿ ਜੇ ਹਿੰਦੂ ਇਸਲਾਮ ਕਬੂਲ ਨਾ ਕਰਨ ਤਾਂ ਉਹਨਾਂ ਨੂੰ ਕੈਦਾਂ ਤੇ ਤਸੀਹੇ ਦੇਣੇ ਚਾਹੀਦੇ ਹਨ ਅਤੇ ਅੰਤ ਨੂੰ ਮਾਰ ਮੁਕਾਉਣਾ ਚਾਹੀਦਾ ਹੈ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਲੈਣੀ ਚਾਹੀਦੀ ਆ। ਤਵਾਰੀਖ ਅਲਾਈ ਅਥਵਾ ਖਜ਼ਾਇਨੁਲ ਫਤੂ ਵਿੱਚ ਅਮੀਰ ਖੁਸਰੋ ਲਿਖਦਾ ਹੈ, ਜਦ ਪਾਤਸ਼ਾਹ ਫਿਰੋਜ਼ ਸ਼ਾਹ ਤੁਗਲਕ 1351 ਤੋਂ ਲੈ ਕੇ ਸੰਨ 1388 ਨੇ ਭੋਪਾਲ ਦੇ ਇਲਾਕੇ ਵਿੱਚ ਭਿਲਸਾ ਸ਼ਹਿਰ ਫਤਿਹ ਕੀਤਾ ਤਾਂ ਉਸ ਨੇ ਉੱਥੋਂ ਦੇ ਸਾਰੇ ਹਿੰਦੂ ਮੰਦਰ ਢਾਹ ਦਿੱਤੇ ਤੇ ਉਹਨਾਂ ਵਿਚਲੀਆਂ ਮੂਰਤੀਆਂ ਉੱਥੋਂ ਲੈ ਗਿਆ। ਉਹਨਾਂ ਨੂੰ ਉਸ ਨੇ ਆਪਣੇ ਕਿਲੇ ਦੇ ਦਰਵਾਜ਼ੇ ਅੱਗੇ ਰੱਖ ਦਿੱਤਾ। ਉਹ ਹਰ ਰੋਜ਼ 1000 ਹਿੰਦੂਆਂ ਦੇ ਲਹੂ ਨਾਲ ਉਹਨਾਂ ਦਾ ਇਸ਼ਨਾਨ ਕਰਵਾਇਆ ਕਰਦਾ ਸੀ। V.K. ਸਮਿਥ ਇੰਡੀਆ ਇਨ ਮੁਸਲਿਮ ਪੀਰੀਅਡ ਵਿੱਚ ਸਫਾ 250 ਤੇ ਲਿਖਦਾ ਹੈ, ਕੋਰਾਲਾ ਦੇ ਹਿੰਦੂਆਂ ਨੂੰ ਜਿਨ੍ਹਾਂ ਨੇ ਨਵਾਂ ਮੰਦਰ ਉਸਾਰਿਆ ਸੀ ਉਸ ਨੇ ਫਿਰੋਜ਼ ਸ਼ਾਹ ਤੁਗਲਕ ਨੇ ਆਪਣੇ ਮਹੱਲਾਂ ਦੇ ਸਾਹਮਣੇ ਕਤਲ ਕੀਤਾ ਤਾਂ ਜੋ ਸਭ ਜਿਮੀਆਂ ਅਰਥਾਤ ਹਿੰਦੂਆਂ ਨੂੰ ਜੋ ਆਪਣੀ ਜ਼ਿੰਦਗੀ ਬਦਲੇ ਜਜੀਆ ਅਰਥਾਤ ਡੰਨ ਭਰਦੇ ਸਨ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਮੁਸਲਮਾਨੀ ਰਾਜ ਵਿੱਚ ਕੋਈ ਹਿੰਦੂ ਅਜਿਹੀ ਸ਼ੈਤਾਨੀ ਭਰੀ ਕਰਤੂਤ ਨਹੀਂ ਕਰ ਸਕਦਾ। ਤੁਗਲਕਾਂ ਮਗਰੋਂ ਸੈਯਦ ਤੇ ਫੇਰ ਲੋਧੀ ਆਏ। ਉਹ ਸਾਰੇ ਮਜ਼ਹਬੀ ਈਰਖਾ ਨਾਲ ਭਰੇ ਹੋਏ ਸਨ। ਉਹਨਾਂ ਦੀ ਹਕੂਮਤ ਦੇ ਸਮੇਂ ਵਿੱਚ ਵੀ ਖੂਨ ਖਰਾਬੇ, ਜ਼ੁਲਮ ਅਤੇ ਦਗੇਬਾਜ਼ੀ ਦੀਆਂ ਝਾਕੀਆਂ ਤੋਂ ਸਿਵਾ ਹੋਰ ਕੁਝ ਘੱਟ ਵੱਧ ਹੀ ਮਿਲਦਾ ਹੈ। ਤੇ ਲੋਧੀ ਖਾਨਦਾਨ ਦੇ ਸਮੇਂ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਸੰਨ 1206 ਤੋਂ ਲੈ ਕੇ 1526 ਤੀਕ ਪਠਾਣਾ ਦੇ 5 ਖਾਨਦਾਨਾਂ ਨੇ ਹਿੰਦੁਸਤਾਨ ਤੇ ਰਾਜ ਕੀਤਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਸੰਨ 1469 ਨੂੰ ਹੋਇਆ ਤਦੋਂ ਅਖੀਰਲੇ ਖਾਨਦਾਨ ਦਾ ਪਹਿਲਾ ਬਾਦਸ਼ਾਹ
ਬਹਿਲੋਲ ਲੋਧੀ ਦਿੱਲੀ ਦੇ ਤਖਤ ਤੇ ਬੈਠਾ ਹੋਇਆ ਸੀ। ਉਸ ਦੀ ਮੌਤ ਉਪਰੰਤ ਦਿੱਲੀ ਦੇ ਤਖਤ ਉੱਤੇ ਉਸ ਦਾ ਪੁੱਤਰ ਸਿਕੰਦਰ ਲੋਧੀ ਬੈਠਾ, ਜਿਸ ਨੇ 1499 ਤੋਂ ਲੈ ਕੇ 1517 ਤੱਕ ਰਾਜ ਕੀਤਾ। ਇਸ ਨੇ ਦਿੱਲੀ ਦੀ ਥਾਂ ਆਗਰੇ ਨੂੰ ਆਪਣੀ ਰਾਜਧਾਨੀ ਬਣਾਇਆ। ਇਸ ਨੇ ਜਿੰਨਾ ਚਿਰ ਰਾਜ ਕੀਤਾ ਹਿੰਦੂ ਜਨਤਾ ਉੱਤੇ ਖਾਸ ਕਰਕੇ ਬਹੁਤ ਸਖਤੀਆਂ ਕੀਤੀਆਂ। ਇਸ ਨੇ ਹੀ 1490 ਵਿੱਚ ਬਨਾਰਸ ਵਿੱਚ ਕਬੀਰ ਸਾਹਿਬ ਨੂੰ ਸਰੀਰਕ ਕਸ਼ਟ ਦਿੱਤੇ ਸਨ, ਮਸਤ ਹਾਥੀ ਦੇ ਸਾਹਵੇਂ ਸੁੱਟ ਦਿੱਤਾ ਸੀ। ਡਾਕਟਰ ਲਤੀਫ ਉਸ ਦੇ ਰਾਜ ਬਾਰੇ ਲਿਖਦਾ ਹੈ, ਉਸ ਵੇਲੇ ਧੋਖਾ, ਫਰੇਬ, ਠੱਗੀ, ਚੋਰੀ ਤੇ ਚਲਾਕੀ ਦਾ ਹੀ ਰਾਜ ਸੀ। ਹਿੰਦੁਸਤਾਨ ਦੀ ਹਰ ਨੁਕਰੇ ਬੇਚੈਨੀ ਤੇ ਘਬਰਾਹਟ ਸੀ। ਸਾਰੇ ਹਿੰਦੁਸਤਾਨ ਵਿੱਚ ਕੇਵਲ ਪਾਪ, ਜ਼ੁਲਮ, ਐਸ਼, ਇਸ਼ਰਤ ਹੀ ਮਿਲ ਸਕਦੇ ਸਨ। ਹਿਸਟਰੀ ਆਫ ਇੰਡੀਆ ਦੇ ਪੰਨਾ 410 ਤੇ ਐਲਫਿਨਸਨ ਲਿਖਦਾ ਹੈ, ਉਹ ਥੋੜ੍ਹੇ ਜਿਹੇ ਉਹਨਾਂ ਹੱਠ ਧਰਮੀਆਂ ਵਿੱਚੋਂ ਸੀ ਜਿਹੜੇ ਹਿੰਦੁਸਤਾਨ ਦੇ ਤਖਤ ਉੱਤੇ ਬੈਠੇ। ਜਿਹੜੇ ਸ਼ਹਿਰ ਤੇ ਕਿਲੇ ਉਸਨੇ ਹਿੰਦੂਆਂ ਤੋਂ ਖੋਹੇ, ਉਸਨੇ ਉਹਨਾਂ ਵਿੱਚ ਸਭ ਮੰਦਰ ਢਾਹ ਦਿੱਤੇ। ਉਸਨੇ ਆਪਣੇ ਰਾਜ ਵਿੱਚ ਹਿੰਦੂਆਂ ਨੂੰ ਤੀਰਥ ਯਾਤਰਾ ਕਰਨੋਂ ਅਤੇ ਕਈ ਹਿੰਦੂ ਤਿਉਹਾਰਾਂ ਸਮੇਂ ਪਵਿੱਤਰ ਦਰਿਆਵਾਂ ਵਿੱਚ ਇਸ਼ਨਾਨ ਕਰਨੋਂ ਵਰਜ ਛੱਡਿਆ ਸੀ। ਇੱਕ ਵਾਰ ਉਸਨੇ ਆਪਣੇ ਮਜ਼ਹਬੀ ਜੋਸ਼ ਨੂੰ ਬੇਇਨਸਾਫੀ ਤੇ ਬੇਰਹਿਮੀ ਦੀ ਹੱਦ ਤੀਕ ਪਹੁੰਚਾ ਦਿੱਤਾ। ਗੁਰੂ ਨਾਨਕ ਸਾਹਿਬ ਦੇ ਸਮੇਂ ਰਾਜੇ ਕਿੱਦਾਂ ਦੇ ਸੀ? ਇੱਕ ਬ੍ਰਾਹਮਣ ਇਹ ਪ੍ਰਚਾਰ ਕਰਦਾ ਸੀ ਕਿ ਸਭ ਧਰਮ ਜੇ ਉਹਨਾਂ ਉੱਪਰ ਸੱਚੇ ਦਿਲੋਂ ਤੁਰਿਆ ਜਾਵੇ, ਰੱਬ ਦੀਆਂ ਨਜ਼ਰਾਂ ਵਿੱਚ ਇੱਕੋ ਜਿਹੇ ਪ੍ਰਵਾਨ ਹਨ। ਉਸਨੇ ਉਸ ਬ੍ਰਾਹਮਣ ਨੂੰ ਆਪਣੇ ਸਾਹਮਣੇ ਸੱਦ ਕੇ ਹੁਕਮ ਦਿੱਤਾ ਸੀ ਕਿ 12 ਕਾਜ਼ੀਆਂ ਨਾਲ ਆਪਣੀ ਇਸ ਰਾਏ ਪਰ ਚਰਚਾ ਕਰੋ। ਜਦ ਉਸਨੇ ਆਪਣੀ ਸਹਿਨਸ਼ੀਲਤਾ ਭਰੇ ਖੁੱਲ੍ਹ ਦਿਲੇ ਅਸੂਲ ਛੱਡਣੋਂ ਨਾ ਕਰ ਦਿੱਤੀ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ। ਹਿੰਦੂਆਂ ਨੂੰ ਜਜ਼ੀਆ ਵੀ ਦੇਣਾ ਪੈਂਦਾ ਸੀ। ਇਹ ਇੱਕ ਟੈਕਸ ਹੁੰਦਾ ਸੀ ਜੋ ਹਿੰਦੂਆਂ ਨੂੰ ਮੁਸਲਮਾਨ ਰਾਜ ਵਿੱਚ ਜਿਉਂਦੇ ਰਹਿਣ ਲਈ ਦੇਣਾ ਪੈਂਦਾ ਸੀ। ਜਜ਼ੀਆ ਭਾਵੇਂ ਹੁੰਦਾ ਨਾ ਮਾਤਰ ਹੀ ਸੀ, ਪਰ ਆਪ ਜਾ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਸੀ। ਉੱਥੇ ਉਹਨਾਂ ਨੂੰ ਜੋ ਜਲੀਲ ਕੀਤਾ ਜਾਂਦਾ ਸੀ ਉਹ ਹੋਰ ਮਾੜੀ ਗੱਲ ਸੀ। ਕਹਿਣ ਦਾ ਭਾਵ ਵੀ ਅਗਰ ਕਿਸੇ ਨੇ ਹਿੰਦੂ ਬਣ ਕੇ ਜਿਉਣਾ ਸੀ, ਉਹਨੂੰ ਉਹਦੇ ਵਾਸਤੇ ਟੈਕਸ ਦੇਣਾ ਪੈਂਦਾ ਸੀ। ਜਿਵੇਂ ਆਪਾਂ ਦੇਖਦੇ ਰਹੇ ਛੋਟੇ ਹੁੰਦੇ, ਪਹਿਲਾਂ ਚੁੱਲ੍ਹੇ ਟੈਕਸ ਹੁੰਦਾ ਸੀ, ਨੰਬਰਦਾਰ ਤੇ ਆਦਿਕ ਉਹ ਚੁੱਲ੍ਹੇ ਦਾ ਟੈਕਸ ਲੈਣ ਆਉਂਦੇ ਸੀ ਵੀ ਜੇ ਤੁਸੀਂ ਆਪਣੇ ਘਰ 'ਚ ਅੱਗ ਬਾਲਣੀ ਆ ਉਹਦੇ ਵਾਸਤੇ ਤੁਹਾਨੂੰ ਪੈਸੇ ਦੇਣੇ ਪੈਣਗੇ। ਹਿੰਦੂਆਂ ਦੇ ਉੱਤੇ ਟੈਕਸ ਲੱਗਦਾ ਸੀ ਵੀ ਜੇ ਤੇ ਤੁਸੀਂ ਮੁਸਲਮਾਨ ਬਣ ਜਾਓਗੇ ਫਿਰ ਕੋਈ ਗੱਲ ਨਹੀਂ, ਫਿਰ ਤੁਹਾਨੂੰ ਸਭ ਕੁਝ ਮਾਫ, ਚੰਗੀਆਂ ਨੌਕਰੀਆਂ ਵੀ ਮਿਲਣਗੀਆਂ। ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਜੇ ਤੁਸੀਂ ਹਿੰਦੂ ਬਣ ਕੇ ਜਿਉਣਾ ਉਹਦੇ ਵਾਸਤੇ ਤੁਹਾਨੂੰ ਟੈਕਸ ਦੇਣਾ ਪਏਗਾ। ਇਸ ਸਾਰੀ ਹਾਲਤ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਲਿਖਿਆ। ਕਲ ਘਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਗੁਰਦੇਵ ਫਰਮਾਉਂਦੇ ਹਨ ਕਿ ਇਨਸਾਨੀਅਤ ਦੇ ਰਾਖੇ ਰਾਜੇ ਸ਼ਿਕਾਰੀ ਦੀ ਤਰ੍ਹਾਂ ਹਰ ਵੇਲੇ ਲੋਕਾਂ ਨੂੰ ਲੁੱਟਣ ਦੀ ਤਾਕ ਵਿੱਚ ਬੈਠੇ ਰਹਿੰਦੇ ਹਨ। ਨੌਕਰ ਚਾਕਰ ਉਸ ਰਾਜੇ ਸ਼ੇਰ ਦੀਆਂ ਨੌਂਦਰਾਂ ਹਨ, ਜਿਨ੍ਹਾਂ ਨੇ ਜਨਤਾ ਦੇ ਕਲੇਜੇ ਘਾਓ ਕਰਕੇ ਸਦਾ ਖੂਨ ਨਾਲ ਮੂੰਹ ਭਰੇ ਰੱਖਣਾ ਇੱਕ ਸੁਭਾਵਕ ਕਰਮ ਸਮਝਿਆ ਹੋਇਆ ਹੈ। ਰਾਜੇ ਸ਼ੇਰ ਤਾਂ ਮਾਸ ਦੀਆਂ ਬੋਟੀਆਂ ਹੀ ਖਾਂਦੇ ਹਨ, ਪਰ ਅਹਿਲਕਾਰ ਗਰੀਬਾਂ ਦੀ ਮਿੱਝ ਰੱਤ ਚਟਣੋਂ ਵੀ ਪਰਵਾਹ ਨਹੀਂ ਸਨ ਕਰਦੇ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਛੱਟ ਜਾਓ। ਫਿਰ ਗੁਰੂ ਸਾਹਿਬ ਨੇ ਵੀ ਲਿਖਿਆ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ, ਏਵੈ ਜਾਪੈ ਭਾਓ। ਇੱਦਾਂ ਦੇ ਸੀ ਰਾਜੇ। ਰਾਜੇ ਰਜਵਾੜੇ ਜਨਤਾ ਦਾ ਖਿਆਲ ਨਹੀਂ ਸਨ ਕਰਦੇ, ਸਗੋਂ ਐਸ਼ ਇਸ਼ਰਤਾਂ ਵਿੱਚ ਪੈ ਰਹਿੰਦੇ ਸੀ। ਬਾਬਰ ਬਾਣੀ ਵਿੱਚ ਤਾਂ ਹੀ ਸਤਿਗੁਰਾਂ ਨੇ ਫਰਮਾਇਆ ਹੈ, ਸ਼ਾਹਾਂ ਸੁਰਤ ਗਵਾਈਆਂ, ਰੰਗ ਤਮਾਸ਼ੈ ਚਾਏ। ਤੇ ਭਾਈ ਗੁਰਦਾਸ ਜੀ ਇਸ ਦਸ਼ਾ ਨੂੰ ਆਪਣੇ ਲਫ਼ਜ਼ਾਂ ਵਿੱਚ ਲਿਖਦੇ ਨੇ, ਕਲ ਆਈ ਕੁੱਤੇ ਮੂਹੀ,
ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਪਰਜਾ ਅੰਧੀ ਗਿਆਨ ਬਿਨ, ਲੋਕਾਂ ਵਿਚਾਰਿਆਂ ਨੂੰ ਗਿਆਨ ਹੈ ਨਹੀਂ ਸੀ, ਇਹ ਅੰਨੇ ਗਿਆਨ ਤੋਂ ਨਾ ਗਿਆਨ ਲੈਣਾ ਚਾਹੁੰਦੇ। ਅੰਧੇ ਤੇ ਪਰਜਾ ਅੰਧੀ ਗਿਆਨ ਬਿਨ, ਕੂੜ ਕੁਸੱਤ ਮੁਖੋਂ ਉਲਾਈ। ਅੱਜ ਦੇ ਸਮੇਂ 'ਚ ਵੀ ਇੱਦਾਂ ਦੇ ਹਾਲਾਤ ਆ। ਅਸੀਂ ਕਦੋਂ ਸਿੱਖਣੇ ਚਾਹੁੰਦੇ ਹਾਂ ਜਪਜੀ ਸਾਹਿਬ ਦੇ ਅਰਥ, ਨਹੀਂ ਸਿੱਖਣਾ ਚਾਹੁੰਦੇ, ਗਿਆਨ ਨਹੀਂ ਲੈਣਾ ਚਾਹੁੰਦੇ। ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਲੋਕੀ ਗਿਆਨ ਨਹੀਂ ਸੀ ਲੈਂਦੇ, ਤਾਂ ਹੀ ਕਰਕੇ ਪੜ੍ਹੇ ਲਿਖੇ ਰਾਜੇ ਮਹਾਰਾਜ ਤੇ ਆਦਿਕ ਜਿਹੜੇ ਇਹਨਾਂ ਨੂੰ ਲੁੱਟਦੇ ਰਹਿੰਦੇ ਸੀ। ਜਿੱਥੇ ਮੁਸਲਮਾਨ ਰਾਜੇ ਨੇ ਜਨਤਾ ਹਿੰਦੂਆਂ ਉੱਤੇ ਜ਼ੁਲਮ ਕਰਦੇ ਸਨ, ਉੱਥੇ ਹਿੰਦੂਆਂ 'ਚੋਂ ਉਹ ਲੋਕ ਜੋ ਸਰਕਾਰੀ ਨੌਕਰ ਸਨ, ਉਹ ਵੀ ਆਪਣੇ ਜਾਤ ਭਰਾਵਾਂ 'ਤੇ ਜ਼ੁਲਮ ਢਾਉਂਦੇ ਸੀ। ਜਿਵੇਂ ਇੱਕ ਗਿਝਾਇਆ ਹੋਇਆ ਬਾਜ਼ ਹੋਰ ਪੰਛੀਆਂ ਨੂੰ ਫੜ ਫੜਾ ਕੇ ਆਪਣੇ ਮਾਲਕ ਪਾਸ ਲਿਆਉਂਦਾ ਹੈ, ਅਤੇ ਜਿਵੇਂ ਗਿਝਾਇਆ ਹੋਇਆ ਹਿਰਨ ਹੋਰ ਹਿਰਨਾਂ ਨੂੰ ਫੜਾਉਣ ਵਿੱਚ ਸਹਾਈ ਬਣਦਾ ਹੈ, ਤਿਵੇਂ ਹੀ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਇਹ ਪੜ੍ਹੇ ਲਿਖੇ ਲੋਕ ਸਨ ਜੋ ਗਰੀਬਾਂ ਦਾ ਲਹੂ ਪੀ ਰਹੇ ਸਨ। ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜਾਤ ਫਹਾਇਨ, ਅੱਗੇ ਨਾਹੀ ਥਾਉ। ਇਸ ਰਾਜਸੀ ਧਾਰਮਿਕ ਤੇ ਸਮਾਜਿਕ ਦਸ਼ਾ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਜਾ ਸਕਦਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਰਾਜ ਲੋਭ ਦਾ ਸੀ, ਰਾਜ ਲੋਭ ਦਾ ਸੀ। ਹੁਣ ਕੰਪੈਰੀਜ਼ਨ ਅਸੀਂ ਕਰਕੇ ਵੇਖ ਲੈਣੀ ਵੀ ਅੱਜ ਦੇ ਸਮੇਂ ਵਿੱਚ ਵੀ ਜਿਹੜਾ ਰਾਜ ਆ ਕੀ ਉਹ ਲੋਭ ਦਾ ਹੀ ਆ? ਰਾਜ ਲੋਭ ਦਾ ਸੀ। ਚੌਂਕੀਦਾਰੀ ਕਾਮ ਦੀ ਸੀ, ਸਰਦਾਰੀ ਕੂੜ ਦੀ ਸੀ, ਝੂਠ ਦੀ ਸਰਦਾਰੀ ਸੀ। ਜਨਤਾ ਅਗਿਆਨਤਾ ਦੇ ਹਨੇਰੇ ਵਿੱਚ ਫਸੀ ਹੋਈ ਸੀ। ਸੱਚ ਤੇ ਸਦਾਚਾਰ ਉੱਡ ਗਿਆ ਸੀ। ਨਾ ਕਿਤੇ ਸੱਚ ਰਿਹਾ, ਨਾ ਸਦਾਚਾਰ ਰਿਹਾ, ਉੱਚਾ ਸੁੱਚਾ ਆਚਰਣ ਨਾ ਰਿਹਾ। ਧਰਮ ਦੇ ਠੇਕੇਦਾਰ ਧਰਮ ਨੂੰ ਵੇਚ ਕੇ ਖਾ ਰਹੇ ਸਨ। ਧਰਮ ਦੇ ਠੇਕੇਦਾਰ ਧਰਮ ਨੂੰ ਵੇਚ ਕੇ ਖਾ ਰਹੇ ਸਨ। ਗੁਰਦੇਵ ਦੇ ਸ਼ਬਦਾਂ ਵਿੱਚ, ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਪਾ ਪਰੇ ਮੁਰਦਾਰ। ਗਿਆਨੀ ਨੱਚੈ ਵਾਜੇ ਵਾਵੈ, ਰੂਪ ਕਰੈ ਸ਼ਿੰਗਾਰ। ਊਚੇ ਕੂਕੈ ਵਾਦਾ ਗਾਵੈ, ਜੋਧਾਂ ਕਾ ਵਿਚਾਰ। ਐਸੇ ਭਿਆਨਕ ਰਾਜਸੀ ਹਾਲਾਤਾਂ ਵਿੱਚ 15 ਅਪ੍ਰੈਲ ਸੰਨ 1469, 20 ਵੈਸਾਖ ਸੰਮਤ 1526 ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ। ਐਸੇ ਭਿਆਨਕ ਰਾਜਸੀ ਹਾਲਾਤਾਂ ਵਿੱਚ 15 ਅਪ੍ਰੈਲ ਸੰਨ 1469, 20 ਵੈਸਾਖ ਸੰਮਤ 1526 ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ। ਹੁਣ ਤੁਸੀਂ ਪੁੱਛੋਗੇ ਵੀ ਅੱਜ ਤੱਕ ਵੈਸੇ ਇੱਦਾਂ ਹੀ ਪੜ੍ਹਦੇ ਆਏ ਆ, ਜਿਉਂ ਸਕੂਲੇ ਦਾਖਲ ਹੋਏ ਆ, ਤੇ ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਉੱਤੇ ਲੇਖ ਲਿਖਦੇ ਆਏ ਆ, ਇੱਦਾਂ ਹੀ ਲਿਖਦੇ ਰਹੇ। ਸਾਡੇ ਬੱਚੇ ਵੀ ਅਸੀਂ ਇੱਦਾਂ ਹੀ ਲਿਖਦੇ ਰਹੇ ਹਾਂ ਵੀ 15 ਅਪ੍ਰੈਲ ਸੰਨ 1469 ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਫਿਰ ਇਹ ਅੱਗੇ ਪਿੱਛੇ ਕਿਉਂ ਹੋ ਜਾਂਦਾ? ਇਹ ਵੀ ਸਾਜ਼ਿਸ਼ਾਂ ਨੇ। ਹੁਣ ਜ਼ਾਲਮ ਸਾਡੇ ਸਿਰ ਦੇ ਉੱਤੇ ਇੰਨੇ ਜ਼ਬਰਦਸਤ ਤਰੀਕੇ ਨਾਲ ਬਹਿ ਗਏ ਨੇ, ਸਾਨੂੰ ਇਹੋ ਜਿਹੇ ਜਾਲ 'ਚ ਫਸਾ ਲਿਆ ਵੀ ਅਸੀਂ ਚਾਹੁੰਦੇ ਹੋਏ ਵੀ ਉਹਦੇ ਵਿੱਚੋਂ ਨਿਕਲ ਨਹੀਂ ਸਕਦੇ। ਹੁਣ ਤੇ ਬਸ ਜਿਵੇਂ ਚੱਲ ਰਿਹਾ ਬਸ ਇੱਦਾਂ ਹੀ ਆ। ਰਾਏ ਭੋਏ ਦੀ ਤਲਵੰਡੀ ਵਿਖੇ ਪ੍ਰਕਾਸ਼ ਹੋਇਆ, ਜਿਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਦੇ ਨੇ। ਤੇ ਨਨਕਾਣਾ ਸਾਹਿਬ ਹੁਣ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰੇ ਦੇ ਵਿੱਚ ਆ। ਇਹੋ ਜਿਹੇ ਸੀ ਸਾਧ ਸੰਗਤ ਜੀ ਹਾਲਾਤ। ਪਾਪੀ ਰਾਜੇ, ਬੁਰੇ ਹਾਲ, ਗਰੀਬ ਜਨਤਾ ਦਾ ਖੂਨ ਚੂਸਣ ਵਾਲੇ ਰਾਜੇ ਮਹਾਰਾਜੇ, ਤੇ ਲੋਕਾਂ ਵਿਚਾਰਿਆਂ ਨੂੰ ਗਿਆਨ ਕੋਈ ਨਹੀਂ ਸੀ, ਨਾ ਇਹ ਖੁਦ ਸਟੱਡੀ ਕਰਦੇ ਸੀ। ਇਹਨਾਂ ਨੂੰ ਜਿੱਦਾਂ ਕਿਸੇ ਨੇ ਕਹਿ ਦੇਣਾ, ਇਹਨਾਂ ਨੇ ਬਸ ਉਸੇ ਪਾਸੇ ਲੱਗ ਜਾਣਾ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਸਤਿਗੁਰੂ ਜੀ ਨੇ ਬਹੁਤ ਕੋਸ਼ਿਸ਼ ਕੀਤੀ। ਸੁੱਤੇ ਹੋਏ ਲੋਕੀ ਜਾਗਣ, ਇਹਨਾਂ ਨੂੰ ਗਿਆਨ ਦਾ ਚਾਨਣ ਹੋਵੇ। ਇਹ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੁਜਾਰੀ ਹੋਣ, ਇੱਕ ਵਾਹਿਗੁਰੂ ਜੀ ਦੇ ਨਾਲ ਜੁੜਨ। ਮੂਰਤੀਆਂ, ਤਸਵੀਰਾਂ, ਪੱਥਰਾਂ ਦੀ ਪੂਜਾ ਵਿੱਚ ਨਾ ਜੁੜ ਕੇ ਰਹਿ ਜਾਣ। ਤੇ ਅਸੀਂ ਮਹਾਰਾਜ ਜੀ ਦੇ ਆਖੇ ਤੇ ਕੀ ਲੱਗਣਾ ਸੀ? ਅਸੀਂ ਉਲਟਾ ਗੁਰੂ ਸਾਹਿਬਾਂ ਦੀਆਂ ਫੋਟੋਆਂ ਬਣਾ ਕੇ ਉਹਨਾਂ ਦੇ ਅੱਗੇ ਅਸੀਂ ਜੋਤਾਂ ਜਗਾਉਣ ਲੱਗ ਪਏ ਤੇ ਧੂਪ ਦਿਖਾਉਣ ਲੱਗ ਪਏ। ਜਦ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਚਾਹੁੰਦੇ ਸੀ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਜੁੜੋ, ਵਹਿਮਾਂ ਭਰਮਾਂ ਪਖੰਡਾਂ ਇਤਿਆਦਿਕ ਤੋਂ ਬਚ ਕੇ ਰਹੋ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਫਿਰ ਉਹਨਾਂ ਦਾ ਪ੍ਰਕਾਸ਼, ਉਹਨਾਂ ਨੇ ਵਿਦਿਆ ਕਿੱਥੋਂ ਲਈ, ਉਹ ਸਾਰੇ ਉਹਨਾਂ ਦੇ ਵਿਆਹ ਇਤਿਆਦਿਕ ਦੇ ਬਾਰੇ ਸਾਰੀ ਵਿਚਾਰ ਆਪ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਸਤਿਨਾਮ ਵਾਹਿਗੁਰੂ, 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 ਸਤਿਨਾਮ